ਇੱਕ ਸੀ ਬਾਦਸ਼ਾਹ ਤੇ ਉਹ ਬੜਾ ਹੀ ਗਰੀਬ ਸੀ। ਬਹੂ ਨੇ ਇਹ ਕਿਹਾ ਤੇ ਮੰਜੀ ਤੋਂ ਹੌਲੀ ਜਿਹੀ ਉੱਠ ਕੇ ਦੀਵੇ ਦੀ ਬੱਤੀ ਨੂੰ ਉੱਚੀ ਕਰਨ ਲੱਗ ਪਿਆ। ਰੋਜ਼ ਰਾਤੀ ਐਸੇ ਛੋਟੇ ਜਿਹੇ ਕਮਰੇ ਵਿੱਚ ਇਹੋ ਜਿਹੀ ਮਿੱਟੀ ਦਾ ਦੀਵਾ ਬਲਦਾ ਹੁੰਦਾ ਸੀ ਤੇ ਸੌਣ ਤੋਂ ਪਹਿਲਾਂ 3 ਕੁ ਵਰ੍ਹਿਆਂ ਦਾ ਸਲੀਮ, ਜਿਸ ਨੂੰ ਉਹਦਾ ਪੁੱਤਰ ਬਾਊ ਕਹਿ ਕੇ ਬੁਲਾਉਂਦਾ ਸੀ, ਇਸ ਦੀਵੇ ਦੇ ਨਿੰਮੇ ਨਿੰਮੇ ਚਾਨਣ ਵਿੱਚ ਉਸ ਬਾਲ ਨੂੰ ਕੋਈ ਕਹਾਣੀ ਸੁਣਾਉਣ ਤੇ ਜਦੋਂ ਕਹਾਣੀ ਸੁਣਦਿਆਂ ਸੁਣਦਿਆਂ ਉਹਦੀਆਂ ਅੱਖਾਂ ਦੇ ਨੀਂਦਰ ਦੇ ਪਰਛਾਵੇਂ ਪੈਣ ਲੱਗ ਪੈਂਦੇ ਤੇ ਉਹ ਚਾਦਰ ਸਰਕਾ ਕੇ ਹੌਲੀ ਜਿਹੀ ਉਹਦੇ ਉੱਤੇ ਦੇ ਦਿੰਦਾ ਤੇ ਫਿਰ ਆਪ ਆਪਣੀ ਮੰਜੀ ਤੇ ਲੰਮਾ ਪੈ ਕੇ ਕਿੰਨਾ ਕੁ ਚਿਰ ਚੁੱਪ-ਚੁਪੀਤੇ ਉਸ ਬਾਲ ਵੱਲ ਤੱਕਦਾ ਰਹਿੰਦਾ। ਬਾਊ ਨੇ ਹੌਲੀ ਜਿਹੀ ਦੀਵੇ ਦੀ ਬੱਤੀ ਉੱਚੀ ਕੀਤੀ ਤੇ ਆਪਣੀ ਉਂਗਲੀ ਦੇ ਪੋਟੇ ਤੇ ਲੱਗੇ ਹੋਏ ਤੇਲ ਨੂੰ ਆਪਣੇ ਸਿਰ ਤੇ ਮਲ ਕੇ ਮੁੜ ਆਪਣੀ ਮੰਜੀ ਤੇ ਆ ਬੈਠਾ। ਨਿੱਕਾ ਉਸਾਰਾ ਹੀ ਲੇਟਿਆ ਆਪਣੇ ਪਿਓ ਵੱਲ ਵੇਖਿਆ ਜਾ ਰਿਹਾ ਸੀ। ਜਦੋਂ ਕੁਝ ਦੇਰ ਉਹਦੇ ਪਿਓ ਮੰਜੀ ਤੇ ਬੈਠ ਕੇ ਕੁਝ ਵੀ ਨਾ ਬੋਲਿਆ ਤਾਂ ਉਹ ਕਹਿਣ ਲੱਗਾ, ਤਾਂ ਫਿਰ ਕੀ ਹੋਇਆ ਬਾਪੂ ਜੀ? ਇਹ ਫਿਕਰਾ ਸੁਣ ਕੇ ਬਾਊ ਨੇ ਇੱਕ ਠੰਡੀ ਸਾਹ ਭਰੀ ਤੇ ਹੌਲੀ ਜਿਹੀ ਕਹਿਣ ਲੱਗਾ, ਇੱਕ ਸੀ ਬਾਦਸ਼ਾਹ ਤੇ ਉਹ ਬੜਾ ਗਰੀਬ ਸੀ। ਇੱਕ ਦਿਨ ਉਹ ਆਪਣੇ ਘਰ ਦੀ ਹਨੇਰੀ ਛੱਤ ਤੇ ਬੈਠਿਆਂ ਕੁਝ ਸੋਚ ਰਿਹਾ ਸੀ ਕਿ ਉਹਦੀ ਮਾਂ ਉਹਦੇ ਕੋਲ ਆ ਕੇ ਬੋਲੀ, ਵੇਲੇ ਬਹਿ ਕੇ ਤਾਂ ਘਰ ਦਾ ਖਰਚਾ ਨਹੀਂ ਚੱਲਦਾ ਹੁੰਦਾ। ਤਿੰਨੇ ਵੇਲੇ ਦੀ ਰੋਟੀ ਦੇ ਪੈਸੇ ਨਹੀਂ ਲੱਭਦੇ ਤਾਂ ਇੱਕ ਟੰਗ ਹੰਡਾ ਭਗਵਾਨ ਦਾ ਵੀ ਕੋਈ ਬੰਦੋਬਸਤ ਕਰ। ਮਾਂ ਇਹ ਕਹਿ ਕੇ ਚਲੀ ਗਈ ਤੇ ਉਹ ਫਿਰ ਕੁਝ ਸੋਚਣ ਲੱਗ ਪਿਆ। ਉਹ ਪਹਿਲਾਂ ਵੀ ਇਹੋ ਕੁਝ ਹੀ ਸੋਚ ਰਿਹਾ ਸੀ ਤੇ ਜਦੋਂ ਮਾਂ ਨੇ ਵੀ ਉਹਨੂੰ ਇਹੀ ਕੁਝ ਆਖਿਆ ਤਾਂ ਫਿਰ ਉਹ ਬਿਲਕੁਲ ਹੀ ਇਉਂ ਸੋਚਣ ਲੱਗ ਪਿਆ। ਵਿਹਲਾ ਤਾਂ ਉਹ ਜ਼ਰੂਰ ਸੀ, ਪਰ ਫਿਰ ਵੀ ਉਹ ਸਾਰਾ ਦਿਨ ਕਿਸੇ ਨਾ ਕਿਸੇ ਕੰਮ ਹੀ ਕਰਦਾ ਰਹਿੰਦਾ ਸੀ। ਸਵੇਰੇ ਉੱਠ ਕੇ ਨੌਕਰੀ ਲੱਭਣ ਟੁਰ ਜਾਂਦਾ ਤੇ ਫਿਰ ਜਦੋਂ ਦੁਪਹਿਰ ਹੁੰਦੀ ਤਾਂ ਕਿਸੇ ਦਰਖਤ ਦੀ ਠੰਡੀ ਛਾਂ ਥੱਲੇ ਬੈਠਿਆਂ ਬੈਠਿਆਂ ਨੌਕਰੀ ਲੱਭਣ ਤੋਂ ਅੱਗੇ ਦੀਆਂ ਗੱਲਾਂ ਸੋਚਣ ਲੱਗ ਪੈਂਦਾ ਤੇ ਫਿਰ ਜਦੋਂ ਇਸਰੋਂ ਹੀ ਸੋਚਿਆ ਸੂਰਜ ਢਲਣ ਲੱਗ ਪੈਂਦਾ ਤੇ ਉਹ ਵੀ ਆਪਣੀ ਸੋਚ ਦੇ ਡੋਲਦੇ ਪਰਛਾਵੇਂ ਨਾਲ ਘਰ ਆ ਜਾਂਦਾ। ਤੇ ਫਿਰ ਜਦੋਂ ਰਾਤ ਪੈ ਜਾਂਦੀ ਉਹ ਆਪਣੇ ਉਸ ਘਰ ਦੀ ਹਨੇਰੀ ਛੱਤ ਤੇ ਬੈਠ ਕੇ ਉਹ ਕੁਝ ਸੋਚਣ ਲੱਗ ਪੈਂਦਾ ਜੋ ਕੁਝ ਉਹ ਚੜ੍ਹਦੇ ਸੂਰਜ ਦੀ ਰੋਸ਼ਨੀ ਵਿੱਚ ਸੋਚਦਾ ਹੁੰਦਾ ਸੀ। ਉਸ ਵੇਲੇ ਉਸ ਨੂੰ ਚੜ੍ਹਦਾ ਸੂਰਜ ਤੇ ਆਉਂਦੀ ਰਾਤ ਇੱਕ ਦੂਜੇ ਵਿੱਚ ਘੁਲਦੀ ਮਿਲਦੀ ਨਜ਼ਰ ਆਉਂਦੀ ਤੇ ਉਹਨੂੰ ਇਹ ਪਛਾਣ ਹੀ ਨਹੀਂ ਰਹਿੰਦੀ ਕਿ ਦਿਨ ਦੇ ਚਾਨਣ ਦੀ ਰਾਤ ਦੇ ਹਨੇਰੀ ਵਿੱਚ ਕੀ ਫਰਕ ਹੁੰਦਾ ਹੈ। ਇੰਨੀ ਕੁ ਗੱਲ ਕਹਿ ਕੇ ਫਿਰ ਉਹ ਬਾਲ ਵੱਲ ਦੇਖਣ ਲੱਗ ਪਿਆ, ਜਿਹੜਾ ਉਹਦੇ ਵੱਲ ਇੰਜ ਤੱਕਦਾ ਸੀ ਜਿਵੇਂ ਕਹਿ ਰਿਹਾ ਹੋਵੇ ਕਿ ਇਹ ਬਾਦਸ਼ਾਹ ਤੇ ਸਾਡੀਆਂ ਗਲੀਆਂ ਮੁਹੱਲਿਆਂ ਵਿੱਚ ਰਹਿਣ ਵਾਲਾ ਹੀ ਕੋਈ ਬੰਦਾ ਲੱਗਦਾ ਹੈ। ਉਸ ਬਾਲ ਨੇ ਇਹ ਕੁਝ ਮੂੰਹੋਂ ਤਾਂ ਨਾ ਆਖਿਆ, ਬਸ ਚੁੱਪ ਕਰਕੇ ਬਾਊ ਵੱਲ ਵੇਂਦਾ ਹੀ ਰਿਹਾ। ਇਹ ਵੇਲਾ ਉਹ ਹੁੰਦਾ ਹੈ ਜਦੋਂ ਕਿਸੇ ਦੀਆਂ ਅੱਖੀਆਂ ਨੂੰ ਜ਼ੁਬਾਨ ਮਿਲ ਜਾਂਦੀ ਹੈ ਤੇ ਫਿਰ ਉਹ ਆਪਣੀਆਂ ਅੱਖਾਂ ਨਾਲ ਹੀ ਗੱਲਾਂ ਕਰਦੇ ਨੇ ਤੇ ਗੱਲਾਂ ਕਰਦਿਆਂ ਕਰਦਿਆਂ ਜਦੋਂ ਅੱਖਾਂ ਚਮਕਦੀਆਂ ਨੇ ਤੇ ਦੂਜੇ ਨੂੰ ਇੰਜ ਲੱਗਦਾ ਹੈ ਜਿਵੇਂ ਉਹ ਸਾਹ ਲੈ ਰਿਹਾ ਹੋਵੇ। ਨਿੱਕਾ ਪਹਿਲਾਂ ਤਾਂ ਕੁਝ ਚਿਰ ਆਪਣੇ ਪਿਓ ਵੱਲ ਵੇਖਦਾ ਹੀ ਰਿਹਾ ਤੇ ਫਿਰ ਅੱਖਾਂ ਚਮਕਾਉਣ ਲੱਗ ਪਿਆ ਤੇ ਪੁੱਤਰ ਨੂੰ ਇਸ ਤਰ੍ਹਾਂ ਵੇਖ ਕੇ ਬਾਊ ਨੂੰ ਇੰਜ ਲੱਗਾ ਜਿਵੇਂ ਅੱਗੇ ਦੀ ਕਹਾਣੀ ਉਹ ਨਹੀਂ ਸਗੋਂ ਉਹਦਾ ਪੁੱਤਰ ਸੁਣਾ ਰਿਹਾ ਹੋਵੇ। ਬਾਊ ਨੇ ਛੇਤੀ ਨਾਲ ਆਪਣੀਆਂ ਦੋਵਾਂ ਅੱਖਾਂ ਇਉਂ ਨੀਵੀਆਂ ਪਾਈਆਂ ਜਿਵੇਂ ਉਹਨੇ ਆਪਣੇ ਦੋਵੇਂ ਕੰਨ ਬੰਦ ਕਰ ਲਏ ਹੋਣ। ਹੁਣ ਉਹਨੂੰ ਆਪਣੇ ਪੁੱਤਰ ਦੀ ਆਵਾਜ਼ ਤਾਂ ਨਹੀਂ ਆ ਰਹੀ ਸੀ, ਪਰ ਉਸਦੀ ਸ਼ਕਲ ਹਲੇ ਵੀ ਉਹਦੀਆਂ ਅੱਖਾਂ ਦੇ ਸਾਹਮਣੇ ਸੀ। ਫਿਰ ਕੀ ਹੋਇਆ ਬਾਊ ਜੀ? ਇਸ ਵਾਰ ਆਪਣੇ ਪੁੱਤਰ ਦੇ ਮੂੰਹ ਇਹ ਫਿਕਰਾ ਸੁਣ ਕੇ ਉਹਨੂੰ ਇੰਜ ਲੱਗਾ ਜਿਵੇਂ ਦੁਨੀਆ ਜਹਾਨ ਦੇ ਸਾਰੇ ਹੀ ਬਾਲ ਉਹਦੇ ਸਾਹਮਣੇ ਬਹਿ ਕੇ ਉਹਨੂੰ ਪੁੱਛ ਰਹੇ ਹੋਣ, ਫਿਰ ਕੀ ਹੋਇਆ ਬਾਊ ਜੀ? ਬਾਊ ਜੀ ਸੋਚਿਆ, ਅੱਜ ਇਸ ਪੁੱਤਰ ਨੂੰ ਇੰਨੀ ਕੁ ਕਹਾਣੀ ਸੁਣਾ ਕੇ ਨੀਂਦਰ ਕਿਉਂ ਨਹੀਂ ਆ ਜਾਂਦੀ। ਅੱਜ ਇਸ ਧਰਤੀ ਦੇ ਸਾਰੇ ਹੀ ਬਾਲ ਕਹਾਣੀ ਸੁਣੇ ਬਿਨਾਂ ਇਉਂ ਨਹੀਂ ਸੋ ਜਾਂਦੇ।
ਅੱਜ ਤੱਕ ਵੱਡੇ ਹੀ ਕਹਾਣੀ ਸੁਣਾ ਕੇ ਬਾਲਾਂ ਨੂੰ ਸੁਆਉਂਦੇ ਰਹੇ ਨੇ। ਅੱਜ ਦੀ ਰਾਤ ਸਾਰੇ ਹੀ ਬਾਲ ਵੱਡਿਆਂ ਨੂੰ ਕਹਾਣੀ ਸੁਣਾ ਕੇ ਕਿਉਂ ਨਹੀਂ ਸੁਲਾਉਂਦੇ? ਤੇ ਜੇ ਵੱਡਿਆਂ ਦਾ ਛੋਟਿਆਂ ਨਾਲ ਇੰਨਾ ਹੀ ਰਿਸ਼ਤਾ ਹੈ ਤਾਂ ਫਿਰ ਦੁਨੀਆ ਜਹਾਨ ਦੇ ਬਾਕੀ ਸਾਰੇ ਹੀ ਰਿਸ਼ਤੇ ਟੁੱਟ ਕਿਉਂ ਨਹੀਂ ਜਾਂਦੇ? ਫੇਰ ਕੀ ਹੋਇਆ ਬਾਊ ਜੀ? ਨਿੱਕੇ ਨੇ ਇੱਕ ਵਾਰ ਫਿਰ ਪੁੱਛਿਆ ਤੇ ਬਾਊ ਇੱਕ ਵਾਰ ਫਿਰ ਕਹਾਣੀ ਦੇ ਟੁੱਟੇ ਹੋਏ ਰਿਸ਼ਤੇ ਜੋੜਨ ਲੱਗ ਪਿਆ। ਫਿਰ ਉਸ ਬਾਦਸ਼ਾਹ ਦੀ ਨੌਕਰੀ ਮਿਲ ਗਈ। ਪਹਿਲੇ ਉਹਦੀ ਮਾਂ ਉਹਨੂੰ ਸਿਰਫ ਲਾਲ ਕਹਿ ਕੇ ਬੁਲਾਉਂਦੀ ਹੁੰਦੀ ਸੀ ਤੇ ਫਿਰ ਉਹਨੂੰ ਲਾਲ ਬਾਦਸ਼ਾਹ ਕਹਿ ਕੇ ਬੁਲਾਉਣ ਲੱਗ ਪਈ। ਲਾਲ ਬਾਦਸ਼ਾਹ ਰੋਜ਼ ਸਵੇਰੇ ਨੌਕਰੀ ਤੇ ਚਲਾ ਜਾਂਦਾ ਤੇ ਰਾਤ ਨੂੰ ਘਰ ਆ ਕੇ ਨੌਕਰੀ ਤੋਂ ਅੱਗੇ ਦੀਆਂ ਗੱਲਾਂ ਸੋਚਣ ਲੱਗ ਪੈਂਦਾ। ਸੋਚਣ ਤੋਂ ਵਕਤ ਆਪਣਾ ਵਿੱਚ ਪ੍ਰਵਚਨ ਲਈ ਲਾਲ ਬਾਦਸ਼ਾਹ ਕੋਲ ਹੋਰ ਕੁਝ ਵੀ ਨਹੀਂ ਸੀ। ਜਦੋਂ ਕਦੀ ਉਹ ਵਿਹਲਾ ਹੁੰਦਾ ਤਾਂ ਆਪਣੀਆਂ ਉਹਨਾਂ ਰੰਗ ਬਿਰੰਗੀਆਂ ਸੋਚਾਂ ਲਈ ਖੇਡਦਾ ਰਹਿੰਦਾ। ਜੇ ਬੰਦੇ ਦੀ ਸੋਚ ਉਹਦਾ ਸਾਥ ਨਾ ਛੱਡੇ ਤਾਂ ਹਯਾਤੀ ਦੀ ਖੇਡ ਕਦੇ ਵੀ ਨਹੀਂ ਮੁੱਕ ਸਕਦੀ। ਦੁਨੀਆ ਜਹਾਨ ਦੀਆਂ ਸਾਰੀਆਂ ਹੀ ਖੇਡਾਂ ਆਪਣੇ ਆਪਣੇ ਵੇਲੇ ਤੇ ਆ ਕੇ ਮੁੱਕ ਜਾਂਦੀਆਂ ਨੇ, ਪਰ ਸੋਚ ਦੀ ਖੇਡ ਇਹੋ ਜਿਹੀ ਖੇਡ ਹੈ ਜਿਹਨੂੰ ਖੇਡਦਿਆਂ ਜਿੰਦ ਮੁੱਕ ਜਾਵੇ, ਪਰ ਏਦਾਂ ਪੈਂਡਾ ਖਰਾਸੀਆਂ ਦੇ ਬਲਦ ਵਾਂਗੂ ਫਿਰ ਵੀ ਪੂਰਾ ਨਹੀਂ ਹੁੰਦਾ। ਦਿਲ ਦੀ ਸੋਚ ਦਾ ਇਹ ਬਲਦ ਸਾਰਾ ਦਿਨ ਤਾਂ ਸੂਰਜ ਦੀ ਰੋਸ਼ਨੀ ਦੇ ਆਲੇ ਦੁਆਲੇ ਘੁੰਮਦਾ ਰਹਿੰਦਾ ਹੈ ਤੇ ਜਦੋਂ ਰਾਤ ਹੋ ਜਾਂਦੀ ਹੈ ਤੇ ਫਿਰ ਚੰਦ ਦੁਆਲੇ ਚਿੱਟਾ ਪਾਉਣਾ ਸ਼ੁਰੂ ਕਰ ਦਿੰਦਾ ਹੈ। ਲਾਲ ਬਹਾਦੁਰ ਦੀ ਹਯਾਤੀ ਵੀ ਕੁਝ ਇਸ ਤਰ੍ਹਾਂ ਦੀ ਲੰਘਦੀ ਰਹੀ। ਜਿਹੜਾ ਸੂਰਜ ਅੱਜ ਚੜ੍ਹਦਾ ਹੈ ਉਹ ਕਦੀ ਕੱਲ ਰਾਤੀ ਡੁੱਬਦੇ ਸੂਰਜ ਵਾਂਗੂ ਵੀ ਹੋਏ ਤਾਂ ਲੋਕਾਂ ਦੇ ਦਿਨ ਵੀ ਹਨੇਰੇ ਹੋ ਜਾਵਣ। ਹਰ ਨਵੇਂ ਸੂਰਜ ਆਪਣੇ ਨਾਲ ਨਵਾਂ ਚਾਨਣ ਲਿਆਉਂਦਾ ਹੈ। ਇਹ ਵੱਖਰੀ ਗੱਲ ਹੈ ਕਿ ਉਹਦੇ ਚਾਨਣ ਵਿੱਚ ਰਾਤ ਦੇ ਹਨੇਰੇ ਵਿੱਚ ਪਈਆਂ ਹੋਈਆਂ ਗੰਢਾਂ ਬੰਦ ਨਾ ਖੁੱਲ੍ਹ ਸਕਣ। ਲਾਲ ਬਾਦਸ਼ਾਹ ਦੇ ਦਿਲ ਦੀ ਸੋਚ ਨੇ ਵੀ ਇੱਕ ਗਵਾਹੀ ਰਾਤ ਦੇ ਹਨੇਰੇ ਵਿੱਚ ਇੱਕ ਗੰਢਾ ਪਾਈ ਸੀ ਤੇ ਉਹ ਸੂਰਜ ਦੀ ਉਡੀਕ ਰਿਹਾ ਸੀ ਜਿਹਦੇ ਚਿੱਟੇ ਦੁੱਧ ਚਾਨਣ ਵਿੱਚ ਵੀ ਆਪਣੀ ਉਸ ਗੰਢ ਖੋਲ੍ਹ ਲਵੇ ਤਾਂ ਫਿਰ ਇੱਕ ਦਿਨ ਉਹ ਸੂਰਜ ਵੀ ਚੜ੍ਹ ਪਿਆ। ਲਾਲ ਬਾਦਸ਼ਾਹ ਆਪਣੇ ਸ਼ਹਿਰ ਦੀ ਖੁੱਲ੍ਹੀ ਸੜਕ ਤੇ ਟੁਰੀ ਜਾਂਦਾ ਇੱਕ ਸ਼ਹਿਜ਼ਾਦੀ ਨੂੰ ਵੇਖਿਆ। ਇਹ ਕਹਿ ਕੇ ਬਾਊ ਇੱਕ ਵਾਰੀ ਫਿਰ ਰੁਕ ਗਿਆ। ਉਹਦਾ ਖਿਆਲ ਸੀ ਕਿ ਉਹਦਾ ਪੁੱਤਰ ਇੰਨੀ ਕੁ ਕਹਾਣੀ ਸੁਣ ਕੇ ਜ਼ਰੂਰ ਸੌ ਗਿਆ ਹੋਣਾ, ਪਰ ਉਹ ਬਾਲ ਹਲੇ ਵੀ ਜਾਗ ਰਿਹਾ ਸੀ। ਉਹਦੀਆਂ ਖੁੱਲ੍ਹੀਆਂ ਅੱਖਾਂ ਵੇਖ ਕੇ ਬਾਊ ਨੂੰ ਇੰਜ ਲੱਗਾ ਜਿਵੇਂ ਅੱਜ ਉਹ ਕਹਾਣੀ ਸੁਣ ਨਹੀਂ ਰਿਹਾ, ਸੁਣਨ ਦੇ ਨਾਲ ਕੁਝ ਵੇਖ ਵੀ ਰਿਹਾ ਹੈ। ਬਾਲ ਨੇ ਸਾਹ ਰੋਕ ਕੇ ਪੁੱਛਿਆ, ਅੱਗੇ ਬਾਊ ਜੀ? ਤੇ ਬਾਊ ਇੱਕ ਲੰਬਾ ਠੰਡਾ ਸਾਹ ਭਰਦਿਆਂ ਹੋਇਆ ਫਿਰ ਬੋਲਣ ਲੱਗ ਪਿਆ, ਤੂੰ ਵੇ ਸ਼ਹਿਜ਼ਾਦੀ ਨੂੰ? ਕਲੀਆਂ ਵੇਖ ਕੇ ਲਾਲ ਬਾਦਸ਼ਾਹ ਨੂੰ ਇੰਜ ਲੱਗਾ ਜਿਵੇਂ ਇਹ ਆਪਣਾ ਮੁਲਕ ਛੱਡ ਕੇ ਦੂਜੇ ਸ਼ਹਿਰ ਵਿੱਚ ਆ ਕੇ ਰਸਤਾ ਭੁੱਲ ਗਈ ਹੈ ਤੇ ਕਿਸੇ ਨੂੰ ਰਸਤਾ ਪੁੱਛਿਆ ਬਿਨਾਂ ਇਹ ਸੜਕ ਦੇ ਇੰਜ ਹੀ ਟੁਰਦੀ ਰਹੀ ਤਾਂ ਫਿਰ ਆਪਣੇ ਘਰ ਕਦੀ ਵੀ ਨਹੀਂ ਜਾ ਸਕੇਗੀ। ਇਹਦੇ ਘਰ ਦਾ ਬੂਹਾ ਤਾਂ ਇਹ ਹੀ ਉਡੀਕ ਵਿੱਚ ਹਮੇਸ਼ਾ ਹੀ ਖੁੱਲ੍ਹਾ ਰਹੇਗਾ, ਪਰ ਇਸਦੇ ਲਈ ਬਾਕੀ ਸਾਰੇ ਦਰਵਾਜ਼ੇ ਬੰਦ ਹੋ ਜਾਣਗੇ। ਲਾਲ ਬਾਦਸ਼ਾਹ ਵੀ ਆਪਣੇ ਦਿਲ ਦਾ ਬੂਹਾ ਖੋਲ੍ਹ ਕੇ ਉਹਦੇ ਨਾਲ ਨਾਲ ਟੁਰਨ ਲੱਗ ਪਿਆ। ਉਹ ਸ਼ਹਿਜ਼ਾਦੀਆਂ ਵਿੱਚੋਂ ਸੀ ਜਿਹੜੀ ਕਦੀ ਕਦਾਈ ਬੰਦਿਆਂ ਨੂੰ ਉਹਨਾਂ ਦੇ ਖ਼ੁਆਬ ਵਿੱਚ ਮਿਲਣ ਆ ਜਾਂਦੀਆਂ ਨੇ ਤੇ ਫਿਰ ਇੱਕ ਵਾਰੀ ਆ ਕੇ ਉਹਨਾਂ ਦੀਆਂ ਨੀਂਦਰਾਂ ਹਰਾਮ ਕਰ ਦਿੰਦੀਆਂ ਨੇ। ਫਿਰ ਉਸ ਸ਼ਹਿਜ਼ਾਦੀ ਨੂੰ ਹਮੇਸ਼ਾ ਲਈ ਆਪਣੇ ਕੋਲ ਲਿਆਉਣ ਪਾਰੋਂ ਬੰਦੇ ਨੂੰ ਜਿਨ੍ਹਾਂ ਨਾਲ ਵੀ ਲੜਨਾ ਪਏ ਉਹ ਲੜਦਾ ਹੈ। ਮੱਖੀ ਬਣ ਕੇ ਕਿੰਨੇ ਕਿੰਨੇ ਚਿਰ ਕਿਸੇ ਕੰਧਾਂ ਨਾਲ ਲੱਗ ਕੇ ਖਲੋਣਾ ਪੈਂਦਾ ਹੈ ਤੇ ਫਿਰ ਜਦੋਂ ਉਹ ਸ਼ਹਿਜ਼ਾਦੀ ਮਿਲ ਜਾਂਦੀ ਹੈ ਤੇ ਉਨੇ ਕੁ ਚਿਰ ਵਿੱਚ ਸਾਰੀ ਦੁਨੀਆ ਹੀ ਬਦਲ ਗਈ ਹੁੰਦੀ ਹੈ। ਇਸ ਤਖਤ ਦਾ ਉਹ ਮਾਲਕ ਹੁੰਦਾ ਹੈ, ਉੱਥੇ ਕੋਈ ਹੋਰ ਹੀ ਆ ਕੇ ਬਹਿ ਜਾਂਦਾ ਹੈ ਤੇ ਬਾਕੀ ਹਯਾਤੀ ਉਹਦੀ ਉਸ ਸ਼ਹਿਜ਼ਾਦੀ ਦੀ ਹਿਫਾਜ਼ਤ ਕਰਦਿਆਂ ਹੀ ਲੰਘ ਜਾਂਦੇ ਨੇ। ਲਾਲ ਬਾਦਸ਼ਾਹ ਨੇ ਜਦੋਂ ਉਸ ਸ਼ਹਿਜ਼ਾਦੀ ਨੂੰ ਉਸ ਸੜਕ ਤੇ ਕਲੀਆਂ ਟੁਰੀਆਂ ਜਾਂਦੀਆਂ ਵੇਖ ਉਦੋਂ ਉਹਨੂੰ ਹਾਸਲ ਕਰਨ ਲਈ ਵੀ ਸਾਰੇ ਰਸਤੇ ਸੋਚ ਲਏ,
ਉਹ ਉਸ ਸ਼ਹਿਜ਼ਾਦੀ ਦੇ ਨਾਲ ਟੁਰਦਾ ਰਿਹਾ ਤੇ ਨਾਲ ਇਹ ਸਭ ਕੁਝ ਸੋਚਦਾ ਵੀ ਰਿਹਾ। ਉਹਦੀ ਸੋਚ ਦੀ ਇਹੋ ਜਿਹੀ ਖੇਡ ਸੀ ਜਿਹੜੀ ਅੱਜ ਤੱਕ ਕੁਲਮੁਕਤਾ ਖੇਡ ਰਿਹਾ ਸੀ। ਉਹ ਸ਼ਹਿਜ਼ਾਦੀ ਉਹਨੂੰ ਇੰਨੀ ਕੁ ਚੰਗੀ ਲੱਗੀ ਕਿ ਉਹ ਕੁਝ ਦੇਰ ਲਈ ਤਾਂ ਆਪਣੇ ਮੁਲਕ, ਆਪਣੇ ਘਰ ਵੀ ਬੁਲਾ ਗਿਆ। ਉਸ ਸ਼ਹਿਜ਼ਾਦੀ ਦਾ ਚਿਹਰਾ ਸੂਰਜ ਵਾਂਗੂ ਰੋਸ਼ਨ ਸੀ ਤੇ ਉਹਦੀਆਂ ਅੱਖਾਂ ਵਿੱਚ ਚੰਨ ਦੀ ਠੰਡੀ ਚਾਨਣੀ ਉਤਰੀ ਹੋਈ ਸੀ। ਆਪਣੀ ਸੋਚ ਦੇ ਇਸ ਡੂੰਘੇ ਦਰਿਆ ਵਿੱਚ ਕਦੀ ਉਹ ਚੜ੍ਹਦੇ ਵੱਲ ਜਾਂਦਾ ਤੇ ਕਦੀ ਲਹਿੰਦੇ ਵੱਲ ਰੁੜਨ ਲੱਗ ਪੈਂਦਾ। ਉਹ ਵੇਲਾ ਕਿੰਨਾ ਅਜੀਬ ਹੁੰਦਾ ਹੈ ਜਦੋਂ ਆਸਮਾਨ ਦੇ ਸੂਰਜ ਦੇ ਨਾਲ ਚੰਨ ਵੀ ਚੜ੍ਹ ਪਵੇ। ਉਹ ਅੱਖਾਂ ਕਿੰਨੀਆਂ ਹੀ ਪਿਆਰੀਆਂ ਹੁੰਦੀਆਂ ਨੇ ਜਿਹੜੀਆਂ ਹੱਸਦੀਆਂ ਰੋਣ ਵੀ ਲੱਗ ਪੈਣ। ਜੇ ਬੰਦੇ ਦੀ ਹਯਾਤੀ ਵਿੱਚ ਇੱਕ ਵਾਰ ਵੀ ਇੱਕੋ ਜਿਹੀਆਂ ਮੂਰਤਾਂ ਨਾ ਆਵਣ ਤਾਂ ਫਿਰ ਖਬਰੇ ਬੰਦਾ ਅੰਨਾ ਹੀ ਪੈਦਾ ਹੋਇਆ ਕਰੇ। ਇਹ ਕੁਝ ਵੇਖਣ ਲਈ ਤਾਂ ਕਬਰ ਦੀਆਂ ਕੰਧਾਂ ਤੱਕ ਵੀ ਉਹ ਆਪਣੀਆਂ ਅੱਖਾਂ ਖੁੱਲ੍ਹੀਆਂ ਰੱਖਦਾ ਹੈ ਤੇ ਫਿਰ ਮੁਰਦੇ ਮਰਨ ਜਿਨ੍ਹਾਂ ਦੀਆਂ ਅੱਖਾਂ ਮਰ ਕੇ ਵੀ ਖੁੱਲ੍ਹੀਆਂ ਹੀ ਹੁੰਦੀਆਂ ਨੇ ਤੇ ਖਬਰੇ ਉਹਨਾਂ ਨੂੰ ਕਿੰਨਾ ਦੀ ਆਸ ਹੁੰਦੀ ਹੈ। ਉਹਨਾਂ ਚੀਜ਼ਾਂ ਸੋਚਦੀਆਂ ਗੰਢਾਂ ਤਾਂ ਮਰ ਕੇ ਵੀ ਨਹੀਂ ਖੁੱਲ੍ਹਦੀਆਂ। ਅਚਿੰਤਾ ਦੀਵੇ ਦੀ ਲੋ ਕੰਬੀ ਤੇ ਉਹਦਾ ਚਾਨਣ ਬਾੜ ਸਾਹ ਵਾਂਗੂ ਡੁੱਬਣ ਲੱਗ ਪਿਆ। ਬਾਊ ਛੇਤੀ ਨਾਲ ਉੱਠਿਆ ਤੇ ਇੱਕ ਲੱਕੜੀ ਦੇ ਫੁੱਟੇ ਨਾਲ ਉਹਦੇ ਮਿੱਟੀ ਦੇ ਤੇਲ ਦੀ ਕੁੱਪੀ ਵਿੱਚੋਂ ਦੀਵੇ ਵਿੱਚ ਤੇਲ ਪਾਉਣ ਲੱਗ ਪਿਆ। ਦੀਵੇ ਦਾ ਦਮਾ ਤੇ ਆਇਆ ਹੋਇਆ ਚਾਨਣ ਇੱਕ ਵਾਰੀ ਫਿਰ ਠੰਡਾ ਸਾਹ ਭਰ ਕੇ ਆਪਣੇ ਪੈਰਾਂ ਤੇ ਖਲੋ ਗਿਆ। ਉਹਦੇ ਚਾਨਣ ਵਿੱਚ ਬਾਊ ਨੇ ਆਪਣੇ ਪੁੱਤਰ ਵੱਲ ਵੇਖਿਆ ਜਿਹੜਾ ਹਲੇ ਵੀ ਜਾਗ ਰਿਹਾ ਸੀ। ਬਾਊ ਦਾ ਦਿਲ ਤਾਂ ਕਰਦਾ ਸੀ ਕਿ ਉਹ ਕਹਾਣੀ ਇੱਥੇ ਹੀ ਮੁਕਾ ਦੇਵੇ, ਪਰ ਬਾਲ ਦੀਆਂ ਖੁੱਲ੍ਹੀਆਂ ਅੱਖਾਂ ਵੇਖ ਕੇ ਉਹਨੇ ਕਹਾਣੀ ਅੱਗੇ ਚਲਾ ਦਿੱਤੀ। ਉਹ ਵੇਲੇ ਫਿਰ ਆਉਣ ਲੱਗ ਪਏ। ਲਾਲ ਬਾਦਸ਼ਾਹ ਉਸ ਸ਼ਹਿਜ਼ਾਦੀ ਨੂੰ ਕੱਲਿਆਂ ਹੀ ਟੁਰਦਾ ਵੇਖਦਾ ਰਿਹਾ ਤੇ ਫਿਰ ਇੱਕ ਦਿਨ ਖੌਰੇ ਉਹਨੂੰ ਕੀ ਹੋਇਆ ਕਿ ਉਹ ਆਪਣੀ ਸਾਰੀ ਬਾਦਸ਼ਾਹ ਉਹਦੇ ਕਦਮਾਂ ਤੇ ਰੱਖ ਕੇ ਉਹਨੂੰ ਕਹਿਣ ਲੱਗਾ, ਜੇ ਤੂੰ ਮੇਰੇ ਘਰ ਆ ਜਾਵੇਂ ਤਾਂ ਫਿਰ ਸਾਡੇ ਦੋਹਾਂ ਦਾ ਇਹ ਪੈਂਡਾ ਮੁੱਕ ਸਕਦਾ ਹੈ। ਸ਼ਹਿਜ਼ਾਦੀ ਨੇ ਅੱਖਾਂ ਨੀਵੀਆਂ ਕਰਕੇ ਉਹਦੇ ਵੱਲ ਵੇਖਿਆ। ਲਾਲ ਬਾਦਸ਼ਾਹ ਨੂੰ ਇੰਜ ਲੱਗਾ ਜਿਵੇਂ ਉਹ ਖਲੀ ਖਲੋਤੀ ਹੀ ਉਹਦੇ ਦਿਲ ਵਿੱਚ ਉਤਰ ਗਈ ਹੈ। ਕੁਝ ਦੇਰ ਤਾਂ ਉਹ ਸਾਰੀ ਤੇ ਚੁੱਪ ਕਰਕੇ ਖਲੋਤੀ ਕੁਝ ਸੋਚਦੀ ਰਹੀ। ਇੱਕ ਸ਼ਹਿਜ਼ਾਦਾ ਉਹਨੂੰ ਪਹਿਲੇ ਵੀ ਮਿਲਿਆ ਸੀ ਤੇ ਉਹਨੇ ਉਸਦੀ ਬਾਂਹ ਛੱਡ ਕੇ ਐਵੇਂ ਹੀ ਕਿਹਾ ਸੀ ਕਿ ਜੇ ਸਿਰ ਦਾ ਤਾਜ ਡਹਿ ਪਵੇ ਤਾਂ ਬੰਦਾ ਦੁਨੀਆ ਵਾਲਿਆਂ ਦੀਆਂ ਨਜ਼ਰਾਂ ਵਿੱਚ ਜਲੀਲ ਹੋ ਜਾਂਦਾ ਹੈ, ਪਰ ਮੈਂ ਦਿਲ ਦਾ ਤਾਜ ਗੁਆਚ ਜਾਵਾਂ ਤੇ ਫਿਰ ਉਹ ਆਪਣੇ ਆਪ ਕੋਲੋਂ ਵੀ ਨਜ਼ਰਾਂ ਚੁਰਾ ਕੇ ਲੰਘਦਾ ਹੈ। ਤੇ ਤੂੰ ਵੀ ਮੇਰੇ ਦਿਲ ਦਾ ਤਾਜ ਹੈ। ਦੁਨੀਆ ਵਾਲੇ ਭਾਵੇਂ ਜੋ ਮਰਜ਼ੀ ਕਹਿਣ, ਪਰ ਤੈਨੂੰ ਛੱਡ ਕੇ ਮੈਂ ਆਪਣੇ ਕੋਲੋਂ ਵੱਖਰਾ ਹੋਣਾ ਨਹੀਂ ਚਾਹੁੰਦਾ। ਪਰ ਖੈਰ ਦੀ ਗੱਲ ਹੈ, ਬੰਦਾ ਆਪਣੇ ਦਿਲ ਦੀ ਗੱਲ ਮੂੰਹ ਤੇ ਕਦੀ ਨਹੀਂ ਲਿਆਉਂਦਾ। ਉਹ ਜੋ ਕੁਝ ਕਹਿੰਦਾ ਹੈ ਉਹ ਕਰਦਾ ਹੈ। ਸ਼ਹਿਜ਼ਾਦੀ ਨੇ ਉਹਦੀ ਬਾਂਹ ਫੜ ਲਈ ਤੇ ਜਦੋਂ ਉਹ ਇਕਬਾਲ ਦੀ ਮਾਂ ਬਣੀ ਉਦੋਂ ਉਹਨੇ ਆਪਣੇ ਦਿਲ ਦਾ ਐਸਾ ਹਨੇਰੇ ਨੂੰ ਛੱਡ ਕੇ ਸਿਰ ਦਾ ਤਾਜ ਸੰਭਾਲ ਲਿਆ। ਜਵਾਨ ਕੁੜੀ ਮਾਂ ਬਣ ਕੇ ਉਹ ਬਾਦਸ਼ਾਹ ਉਹਨੂੰ ਭੁਲਾ ਗਿਆ। ਹੁਣ ਉਹ ਸ਼ਹਿਜ਼ਾਦੀ ਇਕਬਾਲ ਦੀ ਮਾਂ ਸੀ। ਇੱਕ ਬਾਦਸ਼ਾਹ ਉਹਨੂੰ ਉਦੋਂ ਮਿਲਿਆ ਜਦੋਂ ਉਹ ਇਕਬਾਲ ਦੀ ਮਾਂ ਬਣ ਗਈ ਸੀ। ਸ਼ਹਿਜ਼ਾਦੀ ਸੋਚਣ ਲੱਗ ਪਈ, ਕਿਤੇ ਇਹ ਬਾਦਸ਼ਾਹ ਵੀ ਇਹੋ ਜਿਹੀ ਸ਼ਹਿਜ਼ਾਦਾ ਨਾ ਹੋਵੇ ਜੋ ਸੱਚਮੁੱਚ ਵਿੱਚੋਂ ਹੀ ਉਹੋ ਜਿਹਾ ਸ਼ਹਿਜ਼ਾਦਾ ਹੀ ਨਿਕਲਿਆ ਤਾਂ ਫਿਰ ਉਹ ਸੜਕਾਂ ਤੇ ਕੱਲੀ ਟੁਰ ਕੇ ਮਰ ਜਾਵੇਗੀ। ਫਿਰ ਦੋ ਕੰਧਾਂ ਦੇ ਪਰਛਾਵੇਂ ਵੀ ਉਹਦੇ ਤੋਂ ਦੂਰ ਨੱਸਣਗੇ। ਹਮੇਸ਼ਾ ਹੀ ਸਿਖਰ ਦੁਪਹਿਰਾਂ ਹੋਣਗੀਆਂ ਤੇ ਚੰਨ ਕਦੀ ਵੀ ਨਹੀਂ ਚੜ੍ਹੇਗਾ। ਪਰ ਲਾਲ ਬਾਦਸ਼ਾਹ ਦੀ ਛੱਤ ਤੇ ਉਹ ਚੰਨ ਹਰ ਵੇਲੇ ਚਮਕਣ ਲੱਗ ਪਿਆ। ਉਹ ਉਸ ਸ਼ਹਿਜ਼ਾਦੀ ਦੀ ਬਾਂਹ ਫੜ ਕੇ ਉਸਨੂੰ ਆਪਣੇ ਘਰ ਵਿੱਚ ਲੈ ਆਇਆ। ਉਦੋਂ ਉਸ ਨਾਲ ਉਸਦਾ 1.5 ਵਰ੍ਹੇ ਦਾ ਬਾਲ ਵੀ ਸੀ। ਹੁਣ ਉਸ ਲਾਲ ਬਾਦਸ਼ਾਹ ਦੀ ਸੋਚ ਦੀ ਖੇਡ ਖੁੱਲ੍ਹ ਗਈ ਸੀ।
ਬੁੱਢੀ ਮਾਂ, ਨਿੱਕਾ ਜਿਹਾ ਬਾਲ ਤੇ ਜਵਾਨ ਸ਼ਹਿਜ਼ਾਦੀ, ਉਹਦੀਆਂ ਅੱਖਾਂ ਸਾਹਮਣੇ ਇੱਕ ਖੇਡ ਤਿੰਨੋਂ ਸ਼ਕਲਾਂ ਵਿੱਚ ਰਹਿਣ ਲੱਗ ਪਏ। ਤੇ ਫਿਰ ਜਦੋਂ ਇੱਕ ਡੋਰੀ ਨਾਲ ਤਿੰਨਾਂ ਰਿਸ਼ਤੇ ਬਣ ਜਾਵਣ, ਉਦੋਂ ਜਿਸ ਹੱਥ ਡੋਰੀ ਹੋਏ ਉਸ ਹੱਥ ਨੂੰ ਬੜਾ ਮਜ਼ਬੂਤ ਹੋਣਾ ਚਾਹੀਦਾ ਹੈ। ਲਾਲ ਬਾਦਸ਼ਾਹ ਦਾ ਹੱਥ ਤਾਂ ਬੜਾ ਪੱਕਾ ਸੀ, ਪਰ ਇਹਨਾਂ ਰਿਸ਼ਤਿਆਂ ਨੇ ਉਹਦਾ ਸਾਥ ਨਾ ਦਿੱਤਾ। ਇੱਕ ਕਾਲੀ ਸਿਆਹ ਰਾਤ ਨੂੰ ਉਹ ਸ਼ਹਿਜ਼ਾਦੀ ਨੂੰ ਰਾਹ ਵਿੱਚ ਫੜ ਕੇ ਆਪਣੇ ਘਰ ਲਿਆਇਆ ਸੀ, ਤੇ ਇੱਕ ਸਿਆਹ ਰਾਤ ਉਹ ਸ਼ਹਿਜ਼ਾਦੀ ਉਹਨਾਂ ਨੂੰ ਸੁੱਤਿਆਂ ਛੱਡ ਕੇ ਕਿਸੇ ਹੋਰ ਘਰ ਟੁਰ ਗਈ। ਇੱਕ ਰਿਸ਼ਤੇ ਦੇ ਮੂੰਹ ਮੋੜਿਆਂ ਤੇ ਦੂਜੇ ਰਿਸ਼ਤੇ ਦੀ ਗੰਢ ਇੰਨੀ ਕੁ ਢਿੱਲੀ ਹੋ ਗਈ ਸੀ ਕਿ ਇੱਕ ਦਿਨ ਉਹ ਵੀ ਆਪਣੇ ਆਪ ਹੀ ਖੁੱਲ੍ਹ ਗਈ। ਸ਼ਹਿਜ਼ਾਦੀ ਦੇ ਨਾਲ ਨਾਲ ਉਹਦੀ ਮਾਂ ਵੀ ਉਹਦੇ ਕੋਲੋਂ ਵਿਛੜ ਗਈ। ਲਾਲ ਬਾਦਸ਼ਾਹ ਇੰਜ ਲੱਗਾ ਜਿਵੇਂ ਉਹਦੇ ਹੱਥ ਖਾਲੀ ਡੋਰੀ ਹੀ ਰਹਿ ਗਈ ਹੈ ਤੇ ਰਿਸ਼ਤੇ ਸਾਰੇ ਹੀ ਮੁੱਕ ਗਏ ਹਨ। ਇਹ ਗੱਲ ਕਹਿ ਕੇ ਬਾਊ ਦਾ ਸਾਹ ਰੁਕਣ ਲੱਗ ਪਿਆ। ਉਹਦੀਆਂ ਖੁੱਲੀਆਂ ਅੱਖਾਂ ਕਮਰੇ ਦੀਆਂ ਕੰਧਾਂ ਨੂੰ ਵੇਖਣ ਲੱਗ ਪਈਆਂ ਤੇ ਉਹਨਾਂ ਇੰਜ ਲੱਗਿਆ ਕਿ ਜੇ ਉਹ ਉਸ ਵੇਲੇ ਹੀ ਮਰ ਗਿਆ ਤੇ ਉਹਦੀ ਹਾਲਤ ਉਸ ਮੁਰਦੇ ਵਾਂਗੂ ਹੋਵੇਗੀ ਜਿਸ ਦੀਆਂ ਅੱਖਾਂ ਮਰ ਕੇ ਵੀ ਖੁੱਲੀਆਂ ਹੀ ਰਹਿੰਦੀਆਂ ਨੇ। ਉਹਨੂੰ ਉਹ ਸਾਰੀਆਂ ਕੰਧਾਂ ਆਪਣੇ ਉੱਪਰ ਡਿੱਗਦੀਆਂ ਨਜ਼ਰ ਆਉਣ ਲੱਗ ਪਈਆਂ। ਉਹ ਛੇਤੀ ਨਾਲ ਉੱਠਿਆ ਤੇ ਇੱਕ ਕੰਧ ਉੱਤੇ ਆਪਣੇ ਦੋਵੇਂ ਹੱਥ ਰੱਖ ਕੇ ਇੰਜ ਖਲੋ ਗਿਆ ਜਿਵੇਂ ਉਹਦੇ ਕੋਲ ਆਪਣੇ ਆਪ ਨੂੰ ਬਚਾ ਰਿਹਾ ਹੋਵੇ। ਨਿੱਕੇ ਬਾਲ ਦੀਆਂ ਅੱਖਾਂ ਸਾਹਮਣੇ ਇਹ ਸਭ ਹੋਇਆ, ਪਰ ਉਹਨੂੰ ਸਮਝ ਨਾ ਆਇਆ। ਉਹ ਕੁਝ ਦੇਰ ਤਾਂ ਆਪਣੇ ਪਿਓ ਵੱਲ ਵੇਖਦਾ ਰਿਹਾ ਤੇ ਫਿਰ ਹੌਲੀ ਜਿਹੀ ਉੱਠ ਕੇ ਆਪਣੇ ਪਿਓ ਦੀ ਬਾਂਹ ਫੜ ਕੇ ਉਹਨੂੰ ਮੰਜੀ ਤੇ ਲੈ ਆਇਆ। ਉਹਦੇ ਸਿਰਹਾਣੇ ਬਹਿ ਕੇ ਕਹਿਣ ਲੱਗਾ, ਬਾਊ ਜੀ, ਮੈਂ ਇਹ ਕਹਾਣੀ ਸੁਣ ਕੇ ਤੇ ਨੀਂਦਰ ਨਹੀਂ ਆਈ। ਹੁਣ ਤੁਹਾਨੂੰ ਮੈਂ ਕਹਾਣੀ ਸੁਣਾਉਂਦਾ ਹਾਂ। ਇੱਕ ਸੀ ਬਾਦਸ਼ਾਹ ਤੇ ਉਹਦੇ ਘਰ ਔਲਾਦ ਕੋਈ ਨਹੀਂ ਸੀ। ਨਿੱਕਾ ਜਿਹਾ ਬਾਲ ਆਪਣੇ ਪਿਓ ਦੇ ਸਿਰ ਤੇ ਹੱਥ ਰੱਖ ਕੇ ਹੌਲੀ ਹੌਲੀ ਬੋਲਣ ਲੱਗ ਪਿਆ। ਬਾਊ ਨੂੰ ਇੰਜ ਲੱਗੇ ਜਿਵੇਂ ਉਹ ਰਾਤ ਵੀ ਆ ਗਈ ਹੈ ਜਦੋਂ ਜਹਾਨ ਦੇ ਸਾਰੇ ਹੀ ਬਾਲ ਵੱਡਿਆਂ ਨੂੰ ਕਹਾਣੀ ਸੁਣਾ ਕੇ ਸੁਆ ਦਿੰਦੇ ਨੇ।